ਨਾਦਰ ਭਾਈ ਰੋਜ਼ ਮੱਝਾਂ ਤੁਸੀਂ ਵੇਚਦੇ ਹੋ, ਤੁਹਾਨੂੰ ਕਿਵੇਂ ਪਤਾ ਲੱਗਦਾ ਖਰੀਦਣ ਲੱਗੇ ਆ ਕਿ ਮੱਝ ਕਿੰਨਵੇਂ ਸੂਏ ਵੇ? ਗੱਲ ਬੜੀ ਤੁਸੀਂ ਇੰਪੋਰਟੈਂਟ ਪੁੱਛੀ ਏ ਦੋਸਤੋ। ਤੁਸੀਂ ਵੀ ਸੁਣ ਲਓ ਤੇ ਬਿਲਾਲ ਭਾਈ ਤੁਸੀਂ ਵੀ ਗੌਰ ਨਾਲ ਸੁਣ ਲਓ ਕਿ ਮੈਂ ਤੇ ਬਾਰ ਦੇ ਵਿੱਚ ਜਿਹਦੇ ਕੋਈ ਮੱਝ ਖਰੀਦੀ ਏ, ਕੋਈ ਅੱਲਾ ਦਾ ਇੱਕ ਅੱਧਾ ਬੰਦਾ ਹੋਣਾ ਜਿਹਨੇ ਆਖਿਆ ਹੋਣਾ ਕਿ ਫਲਾਣੀ ਮੱਝ ਮੇਰੀ ਤੀਸਰੇ ਸੂਏ ਵੇ। ਪਰ ਨਾ ਕੋਈ ਮਾਈ ਦਾ ਲਾਲ ਮੈਨੂੰ ਨਹੀਂ ਲੱਭਾ ਜਿਹੜਾ ਦੂਸਰੇ ਸੂਏ ਤੋਂ ਤਾਂ ਗਿਆ। ਅੱਜ ਤੱਕ ਜੇ 100 ਬੰਦਿਆਂ ਕੋਲ ਲਈਆਂ ਦੇ ਵਿੱਚੋਂ 2 ਤੀਜੇ ਸੂਏ ਵਾਲੇ ਹੋਣੇ ਨੇ। ਉੱਥੇ ਕਿਸੇ ਦੀ 10ਵੇਂ ਸੂਏ ਵੇ, ਕਿਸੇ ਦੀ 20ਵੇਂ ਸੂਏ ਵੇ, ਕਿਸੇ ਦੀ 5ਵੇਂ ਸੂਏ ਵੇ। ਹਰ ਕਿਸੇ ਨੇ ਇਹੀ ਕਹਿਣਾ ਕਿ ਜਾਂ ਪਹਿਲਣ ਨੇ ਤੇ ਜਾਂ ਦੂਜੇ ਨੇ। ਅਕਸਰਾਂ ਨੇ ਤੇ ਦੂਜੇ ਨੂੰ ਵੀ ਪਹਿਲਣ ਬਣਾਇਆ ਹੁੰਦਾ। ਪਹਿਲਣ ਦੀ ਤੇ ਅਕਸਰ ਪਹਿਚਾਣ ਕਰ ਲਈਦੀ ਹੈ ਥਣਾ ਤੋਂ, ਸਿੰਗ ਤੋਂ, ਦੰਦਾਂ ਤੋਂ। ਚੌਗੀ ਛਿੱਗੀ ਅੱਠੀ ਦੰਦ ਪੂਰੇ ਹੋ ਗਏ ਨੇ ਉਹ ਪਹਿਲਣ, ਉਹ ਤੇ ਹਰ ਭਰਾ ਕਰ ਸਕਦਾ ਆਸਾਨੀ ਦੇ ਨਾਲ। ਦੂਜੇ ਜਾਂ ਤੀਜੇ ਸੂਏ ਦੀ ਜਿਹੜੀ ਪਹਿਚਾਣ ਹੈ ਨਾ ਉਹ ਮੁਸ਼ਕਲ ਹੈ। ਉਹ ਪਹਿਚਾਣ ਜਿਹੜੇ ਕੋ ਖਰੀਦੀ ਦੀ ਅਸੀਂ ਤੇ ਸਿੰਗ ਵਗੈਰਾ ਬਾਡੀ ਸਟਰਕਚਰ ਹੀ ਵੇਖਦੇ ਆ, ਲੇਕਿਨ ਕੋਈ ਵੀ ਮਾਈ ਦਾ ਲਾਲ ਸਾਨੂੰ ਨਹੀਂ ਲੱਭਦਾ ਜਿਹੜਾ ਇਹ ਆਂਦਾ ਕਿ ਨਾਦਰ ਭਾਈ ਆ ਫਲਾਣੀ ਮੱਝ ਜਿਹੜੀ ਹੈ ਨਾ ਇਹ ਦੂਸਰੇ ਸੂਏ ਤੋਂ ਤਾਂ ਹੈ। ਇਸ ਲਈ ਤੁਸੀਂ ਭਾਈ ਜਿੰਨੇ ਵੀ ਜਿਹੜੀ ਚੀਜ਼ ਖਰੀਦਣੀ ਹੈ ਉਹਨੇ ਇਹ ਜ਼ੇਨ 'ਚ ਰੱਖਣਾ ਕਿ ਪਲਕਾਂ ਮੱਝ ਦੀਆਂ ਬਰੀਕ ਹੋਣ, ਜ਼ਿਆਦਾ ਵੱਟ ਨਾ ਪਏ ਹੋਣ, ਸਿੰਘ ਛੋਟੇ ਹੋਣ, ਬਹੁਤ ਵੱਡੇ ਨਾ ਹੋਣ, ਥਣ ਜਿਹੜੇ ਨੇ ਦਰਮਿਆਨੇ ਹੋਣ, ਨਾ ਬਹੁਤੇ ਲੰਮੇ ਹੋਣ। ਉਸ ਤੋਂ ਬਾਅਦ ਬਾਡੀ ਸਟਰਕਚਰ ਜਿਹੜਾ ਉਹ ਬਹੁਤਾ ਢਿਲਕਿਆ ਨਾ ਹੋਏ, ਢਿੱਡ ਬਹੁਤ ਜ਼ਿਆਦਾ ਵੱਡਾ ਨਾ ਹੋਏ, ਗਰਦਨ ਕੋਲੀ ਧੁੰਨੀ ਤੋਂ ਮਾਸ ਬਹੁਤ ਜ਼ਿਆਦਾ ਲਮਕਿਆ ਨਾ ਹੋਏ। ਇਹਨਾਂ ਚੀਜ਼ਾਂ ਦੀ ਬਣਾ ਤੇ ਤੁਸੀਂ ਇੱਕ ਜਵਾਨ ਦੂਜੇ ਤੀਜੇ ਸੂਏ ਦੀ ਮੱਝ ਲੈ ਸਕਦੇ ਹੋ। ਵਰਨਾ ਤੇ ਤੀਜੇ ਚੌਥੇ ਪੰਜਵੇਂ ਛੇਵੇਂ ਸੂਏ ਦੀ ਵੀ ਮੱਝ ਅਗਰ ਮਿਲ ਜੇ ਤੇ ਕੋਈ ਮਸਲਾ ਨਹੀਂ ਹੁੰਦਾ। ਇੱਕ ਮੱਝ ਆਸਾਨੀ ਨਾਲ 15-16 ਸੂਏ ਜਿਹੜੀ ਹੈ ਨਾ ਉਹ ਸੂਈ ਜਾਂਦੀ ਹੈ। ਤੇ ਬਾਹਰ ਚੋਂ ਜਾਇਆ ਅਕਸਰ ਮੱਝਾਂ ਤੀਜੇ ਚੌਥੇ ਦੂਜੇ ਸੂਏ ਦੀਆਂ ਮਿਲਦੀਆਂ ਨੇ ਜਾਂ ਪਹਿਲਣਾ ਮਿਲਦੀਆਂ ਨੇ। ਤੇ ਜਿਨ੍ਹਾਂ ਦੇ ਬਹੁਤ ਜ਼ਿਆਦਾ ਸੂਏ ਹੋ ਗਏ ਹੋਣ ਉੱਥੇ ਗਾਹਕੀ ਬੜੀ ਹੁੰਦੀ ਹੈ, ਅਕਸਰ ਸੇਲ ਹੋ ਜਾਂਦੀਆਂ ਨੇ। ਸਾਡੀ ਤੇ ਇਹ ਰਾਏ ਵੇ, ਕਿਸੇ ਭਾਈ ਦੀ ਕੋਈ ਆਪਣੀ ਰਾਏ ਹੋਏ ਜਾਂ ਇਦੋਂ ਬਿਹਤਰ ਉਹਦੇ ਕੋਲ ਹੋਏ ਤੇ ਉਹ ਆਪਣੇ ਤਰੀਕੇ ਨਾਲ ਅਮਲ ਕਰ ਸਕਦਾ। ਕਮੈਂਟ 'ਚ ਸਾਨੂੰ ਵੀ ਦੱਸ ਸਕਦਾ ਇਦੋਂ ਕੋਈ ਬਿਹਤਰ ਰਾਏ ਹੋਏ ਤੇ।